ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਬੀਤੇ 3 ਦਿਨਾਂ ਦੇ ਵਿੱਚ 3 ਥਾਵਾਂ ਦੇ ਉੱਪਰ ਚੱਲੀ ਗੋਲੀ, 2 ਜਾਣਿਆਂ ਦੀ ਹੋਈ ਮੌਤ। ਕੈਨੇਡਾ ਜਲਦ ਭੇਜੇਗਾ ਭਾਰਤ ਨੂੰ ਮਦਦ, ਕੈਨੇਡਾ ਨੇ ਸ਼ੁਰੂ ਕੀਤੀ ਤਿਆਰੀ। ਫਾਈਜ਼ਰ ਭੇਜੇਗਾ ਕੈਨੇਡਾ ਨੂੰ ਵੱਧ ਟੀਕੇ, ਕੈਨੇਡਾ ਨੂੰ ਇਸ ਹਫ਼ਤੇ ਮਿਲਣਗੇ 2 ਮਿਲੀਅਨ ਟੀਕੇ। ਜੌਨਸਨ ਟੀਕਾ ਲਗਾਉਣ ਦੀ ਹੋਵੇਗੀ ਸ਼ੁਰੂਆਤ, 30 ਸਾਲ ਅਤੇ ਵੱਧ ਉਮਰ ਵਾਲਿਆਂ ਦੇ ਲਈ ਟੀਕਾ ਸੁਰੱਖਿਅਤ। ਟਰੂਡੋ ਦਾ ਮੈਂਟਲ ਹੈਲਥ ਦੇ ਬਾਰੇ ਸੁਨੇਹਾ, ਅਸੀਂ ਸਾਰੇ ਹਾਂ ਇੱਕੋ ਜਿਹੇ ਹਾਲਾਤਾਂ ਦੇ ਵਿੱਚ ਟਰੂਡੋ। ਵੈਨਕੂਵਰ ਦਾ ਵੱਡਾ ਸਮਾਗਮ ਇਸ ਸਾਲ ਵੀ ਹੋਇਆ ਰੱਦ, ਨਹੀਂ ਹੋਵੇਗਾ ਲਾਈਟ ਫਾਇਰਵਰਕਸ। ਡੈਲਟਾ ਦੇ ਵਿੱਚ ਦਿਨ ਦਿਹਾੜੇ ਜੋ ਗੋਲੀਆਂ ਚਲਾਈਆਂ ਗਈਆਂ, ਉਸ ਦੇ ਵਿੱਚ ਜਿਸ ਅਫਸਰ ਨੂੰ ਸ਼ਿਕਾਰ ਬਣਾਇਆ ਗਿਆ ਉਸ ਦੀ ਪਹਿਚਾਣ ਵਿਕਰਮਦੀਪ ਰੰਧਾਵਾ ਦੇ ਤੌਰ ਦੇ ਉੱਪਰ ਹੋਈ ਹੈ। ਇਸ ਤੋਂ ਬਾਅਦ ਭਾਈਚਾਰੇ ਦੇ ਵਿੱਚ ਚਿੰਤਾ ਛਿੜ ਗਈ ਹੈ ਤੇ ਨਾਲ ਦੀ ਨਾਲ ਚਰਚਾ ਵੀ ਛਿੜਦੀ ਹੋਈ ਦਿਖਾਈ ਦੇ ਰਹੀ ਹੈ, ਕਿਉਂਕਿ ਪਹਿਲਾਂ ਗੈਂਗਵਾਰ ਦੇ ਨਾਲ ਸੰਬੰਧਿਤ ਖਬਰਾਂ ਮਾਮਲੇ ਸਾਹਮਣੇ ਆਉਂਦੇ ਸਨ, ਪਰ ਹੁਣ ਅਫਸਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਿਆ ਹੈ। ਡੈਲਟਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਅਫਸਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਜੋ ਇਸ ਮਾਮਲੇ ਦਾ ਸ਼ਿਕਾਰ ਹੋਇਆ ਹੈ ਉਸ ਪ੍ਰੋਵਿੰਸ਼ੀਅਲ ਕਰੈਕਸ਼ਨ ਆਫਿਸਰ ਦੀ ਪਹਿਚਾਣ ਵਿਕਰਮਦੀਪ ਰੰਧਾਵਾ ਦੇ ਤੌਰ ਦੇ ਉੱਪਰ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਚਿੰਤਾ ਵੱਧ ਗਈ ਹੈ। ਪਹਿਲਾਂ ਤਾਂ ਗੈਂਗਵਾਰ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਉਂਦੇ ਸਨ, ਪਰ ਹੁਣ ਤਾਂ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਮਾਮਲਾ ਸ਼ਨੀਵਾਰ ਦਾ ਹੈ, ਜਦੋਂ ਡੈਲਟਾ ਮਾਲ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਇਸ ਦੇ ਵਿੱਚ ਮਰਨ ਵਾਲੇ ਦੀ ਪਹਿਚਾਣ 29 ਸਾਲਾ ਪ੍ਰੋਵਿੰਸ਼ੀਅਲ ਕਰੈਕਸ਼ਨ ਆਫਿਸਰ ਵਿਕਰਮਦੀਪ ਰੰਧਾਵਾ ਦੇ ਤੌਰ ਦੇ ਉੱਪਰ ਦੱਸੀ ਗਈ। ਇਹ ਘਟਨਾ ਤਕਰੀਬਨ 5 ਵਜੇ ਵਾਪਰੀ, ਜੋ ਕਿ 72 ਐਵੀਨਿਊ ਅਤੇ 120 ਸਟਰੀਟ ਦੇ ਉੱਪਰ ਸਥਿਤ ਸਕਾਟਸਡੇਲ ਸੈਂਟਰ ਤੇ ਵਾਪਰੀ ਹੈ। ਡੈਲਟਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਟਾਰਗੇਟਡ ਦੱਸਿਆ ਗਿਆ, ਜਿਸ ਦਾ ਮਤਲਬ ਹੈ ਕਿ ਅਫਸਰ ਨੂੰ ਮਿੱਥ ਕੇ ਆਪਣਾ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਸੰਬੰਧਿਤ ਟਵਿੱਟਰ ਦੇ ਉੱਪਰ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਾਰਕਿੰਗ ਲਾਟ ਦੇ ਵਿੱਚ ਭੱਜਿਆ ਅਤੇ ਫਿਰ ਇੱਕ ਗੱਡੀ ਦੇ ਵਿੱਚ ਬੈਠ ਗਿਆ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਫਿਰ ਕਿਸ ਤਰ੍ਹਾਂ ਤੇਜ਼ੀ ਦੇ ਨਾਲ ਇੱਥੋਂ ਜਾਂਦੀ ਹੈ। ਪੁਲਿਸ ਦੇ ਮੁਤਾਬਕ ਜਿਹੜਾ ਵਾਹਨ ਸੀ ਉਸ ਨੂੰ ਬਰਨਵੀ ਦੇ ਵਿੱਚ ਕੁਝ ਸਮੇਂ ਬਾਅਦ ਹੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਇਸ ਮਾਮਲੇ ਦੇ ਉੱਪਰ ਪੜਤਾਲ ਕੀਤੀ ਜਾ ਰਹੀ ਹੈ। ਅਜੇ ਤੱਕ ਇਸ ਸੰਬੰਧੀ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਇਸ ਮਾਮਲੇ ਤੋਂ ਬਾਅਦ ਕਈਆਂ ਦੇ ਵਿੱਚ ਚਿੰਤਾ ਹੁਣ ਵੱਧ ਗਈ ਹੈ। ਕੈਨੇਡਾ ਵੱਲੋਂ ਭਾਰਤ ਨੂੰ ਮਦਦ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਵੱਲੋਂ 10 ਮਿਲੀਅਨ ਡਾਲਰ ਅਤੇ ਨਾਲ ਹੀ ਜਿਹੜੇ ਸਿਹਤ ਦੇ ਨਾਲ ਸੰਬੰਧਿਤ ਇਕਵਿਪਮੈਂਟਸ ਨੇ ਭਾਰਤ ਨੂੰ ਭੇਜੇ ਜਾਣਗੇ, ਕਿਉਂਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਹਾਲਾਤ ਨੇ ਇਸੇ ਦੇ ਧਿਆਨ ਵਿੱਚ ਕੈਨੇਡਾ ਵੱਲੋਂ ਇੱਕ ਕਦਮ ਚੁੱਕਿਆ ਗਿਆ। ਹੁਣ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਭਾਰਤ ਨੂੰ ਵੈਂਟੀਲੇਟਰਸ ਅਤੇ ਹੋਰ ਜਿਹੜੇ ਸਿਹਤ ਦੇ ਨਾਲ ਸੰਬੰਧਿਤ ਇਕਵਿਪਮੈਂਟਸ ਨੇ ਉਹ ਭੇਜੇ ਜਾਣ। ਇਹ ਕਦੋਂ ਭੇਜੇ ਜਾਣਗੇ ਇਸ ਦੇ ਬਾਰੇ ਅਜੇ ਸਪਸ਼ਟ ਨਹੀਂ ਕੀਤਾ ਗਿਆ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਹਾਲਾਤ ਬਣੇ ਹੋਏ ਨੇ, ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਭਾਰਤ ਦੀ ਮਦਦ ਕਰੇਗਾ। ਇਸੇ ਦੇ ਚੱਲਦਿਆਂ ਜਿਹੜੇ ਭਾਰਤ ਨੂੰ ਐਮਰਜੈਂਸੀ ਸਟਾਕ ਪਾਈਲ ਅਤੇ ਸਿਹਤ ਦੇ ਨਾਲ ਸੰਬੰਧਿਤ ਇਕਵਿਪਮੈਂਟ ਭੇਜੇ ਜਾਣੇ ਹਨ, ਇਹਨਾਂ ਦੀ ਤਿਆਰੀ ਕੈਨੇਡਾ ਵੱਲੋਂ ਕੀਤੀ ਜਾ ਰਹੀ ਹੈ। ਭਾਰਤ ਦੇ ਵਿੱਚ ਇਸ ਸਮੇਂ ਕਰੋਨਾ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਲਈ ਕੈਨੇਡਾ ਵੀ ਅੱਗੇ ਆਇਆ ਹੈ। ਹੈਲਥ ਕੈਨੇਡਾ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਭਾਰਤ ਨੂੰ ਵੈਂਟੀਲੇਟਰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਲਗਾਤਾਰ ਭਾਰਤ ਦੇ ਅਧਿਕਾਰੀਆਂ ਦੇ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਤਾਂ ਸਪਸ਼ਟ ਨਹੀਂ ਕੀਤਾ ਗਿਆ ਕਿ ਕਿਹੜੀ ਸਪਲਾਈ ਭਾਰਤ ਨੂੰ ਭੇਜੀ ਜਾਵੇਗੀ ਅਤੇ ਇਹ ਕਦੋਂ ਭੇਜਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੱਸੀਏ ਕਿ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਇਹ ਐਲਾਨ ਕੀਤਾ ਜਾ ਚੁੱਕਿਆ ਹੈ ਕਿ ਉਹਨਾਂ ਵੱਲੋਂ ਭਾਰਤ ਨੂੰ ਮਦਦ ਭੇਜੀ ਜਾਵੇਗੀ, ਜਾਣੀ ਕਿ ਪ੍ਰੋਵਿੰਸ ਵੱਲੋਂ ਭਾਰਤ ਨੂੰ 3000 ਵੈਂਟੀਲੇਟਰ ਭੇਜੇ ਜਾਣਗੇ। ਉਹਨਾਂ ਨੇ ਇਸ ਸੰਬੰਧੀ ਇੱਕ ਟਵੀਟ ਸਾਂਝਾ ਕੀਤਾ, ਜਿੱਥੇ ਉਹਨਾਂ ਨੇ ਕਿਹਾ ਕਿ ਉਹ ਭਾਰਤ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਨ। ਜਾਣਕਾਰੀ ਦੇ ਲਈ ਦੱਸੀਏ ਕਿ ਕੈਨੇਡੀਅਨ ਸਰਕਾਰ ਵੱਲੋਂ 10 ਮਿਲੀਅਨ ਡਾਲਰ ਭਾਰਤ ਨੂੰ ਭੇਜਣ ਦਾ ਵੀ ਐਲਾਨ ਕੀਤਾ ਗਿਆ, ਜੋ ਕਿ ਵੱਖ-ਵੱਖ ਸੰਸਥਾਵਾਂ ਦੇ ਰਾਹੀਂ ਭੇਜੇ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ, ਜਿਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਇਸੇ ਦੇ ਚੱਲਦਿਆਂ ਕੈਨੇਡਾ ਵੱਲੋਂ ਵੀ ਭਾਰਤ ਨੂੰ ਸਪਲਾਈ, ਜਾਣੀ ਕਿ ਮੈਡੀਕਲ ਸਪਲਾਈ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਫਾਈਜ਼ਰ ਵੈਕਸੀਨ ਵੱਲੋਂ ਕੈਨੇਡਾ ਨੂੰ ਹਰ ਹਫ਼ਤੇ 1 ਮਿਲੀਅਨ ਡੋਜ਼ਸ ਦਿੱਤੀਆਂ ਜਾ ਰਹੀਆਂ ਸਨ, ਪਰ ਹੁਣ ਇਹਨਾਂ ਨੂੰ ਦੁੱਗਣਾ ਕੀਤਾ ਜਾਵੇਗਾ। ਜਾਣੀ ਕਿ ਹੁਣ ਕੈਨੇਡਾ ਨੂੰ ਹਰ ਹਫ਼ਤੇ ਫਾਈਜ਼ਰ ਦੀਆਂ 2 ਮਿਲੀਅਨ ਡੋਜ਼ਸ ਮਿਲਣਗੀਆਂ, ਜਿਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਰ ਹਫ਼ਤੇ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਕਿੰਨੇ ਕੋਵਿਡ-19 ਵੈਕਸੀਨ ਸ਼ਾਟ ਹਫ਼ਤੇ ਦੇ ਵਿੱਚ ਮਿਲਣ ਵਾਲੇ ਹਨ। ਇਸ ਹਫ਼ਤੇ ਕੈਨੇਡਾ ਨੂੰ ਮਿਲਣ ਵਾਲੇ ਟੀਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਫਾਈਜ਼ਰ ਬਾਇਓਟੈਕ ਕੰਪਨੀ ਵੱਲੋਂ ਆਪਣੇ ਟੀਕੇ ਦੀ ਡਿਲੀਵਰੀ ਕੈਨੇਡਾ ਦੇ ਵਾਸਤੇ ਤੇਜ਼ ਕੀਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਹੁਣ ਫਾਈਜ਼ਰ ਵੱਲੋਂ ਜ਼ਿਆਦਾ ਟੀਕੇ ਕੈਨੇਡਾ ਨੂੰ ਭੇਜੇ ਜਾਣਗੇ। ਹੁਣ ਕੈਨੇਡਾ ਨੂੰ ਫਾਈਜ਼ਰ ਵੈਕਸੀਨ ਕੰਪਨੀ ਵੱਲੋਂ ਹਰ ਹਫ਼ਤੇ 2 ਮਿਲੀਅਨ ਡੋਜ਼ਸ ਭੇਜੀਆਂ ਜਾਣਗੀਆਂ। ਅਜਿਹਾ ਇਸ ਕਰਕੇ ਕਿਉਂਕਿ 2 ਫਾਰਮਾਸਿਊਟੀਕਲ ਫਰਮਸ ਦੇ ਵੱਲੋਂ ਆਪਣੀਆਂ ਡਿਲੀਵਰੀ ਤੇਜ਼ ਕੀਤੀਆਂ ਜਾ ਰਹੀਆਂ ਹਨ। ਮਾਰਚ ਮਹੀਨੇ ਤੋਂ ਹੀ ਕੈਨੇਡਾ ਨੂੰ ਫਾਈਜ਼ਰ ਬਾਇਓਟੈਕ ਵੱਲੋਂ ਲਗਾਤਾਰ ਵੈਕਸੀਨ ਡਿਲੀਵਰੀ ਭੇਜੀਆਂ ਜਾ ਰਹੀਆਂ ਹਨ, ਜਿਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਫਾਈਜ਼ਰ ਟੀਕੇ ਤੋਂ ਹਰ ਹਫ਼ਤੇ 1 ਮਿਲੀਅਨ ਦੇ ਕਰੀਬ ਟੀਕੇ ਮਿਲੇ ਹਨ ਅਤੇ ਹੁਣ ਇਹਨਾਂ ਨੂੰ ਦੁੱਗਣਾ ਕੀਤਾ ਜਾ ਰਿਹਾ ਹੈ। ਇਸ ਹਫ਼ਤੇ ਫਾਈਜ਼ਰ ਦੇ ਕਾਲਾਮਾਜ਼ੂ ਪਲਾਂਟ ਤੋਂ ਵੀ ਬਣੇ ਹੋਏ ਵੈਕਸੀਨ ਸ਼ਿਪ ਕੀਤੇ ਜਾਣਗੇ। ਜਾਣਕਾਰੀ ਮੁਤਾਬਕ ਫਿਲਹਾਲ ਮੋਡਰਨਾ ਵੈਕਸੀਨ ਕੰਪਨੀ ਵੱਲੋਂ ਟੀਕੇ ਕੈਨੇਡਾ ਨੂੰ ਨਹੀਂ ਭੇਜੇ ਜਾਣਗੇ ਤੇ ਕੈਨੇਡਾ ਨੂੰ ਇਸ ਹਫ਼ਤੇ ਸਿਰਫ ਤੇ ਸਿਰਫ ਫਾਈਜ਼ਰ ਬਾਇਓਟੈਕ ਤੋਂ ਸ਼ਿਪਮੈਂਟ ਮਿਲਣ ਵਾਲੀ ਹੈ। ਇਸ ਦੇ ਨਾਲ ਹੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਕੈਨੇਡਾ ਨੂੰ ਜੌਨਸਨ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਮਿਲ ਚੁੱਕੀ ਹੈ, ਪਰ ਅਜੇ ਇਸ ਸ਼ਿਪਮੈਂਟ ਨੂੰ ਹੋਲਡ ਕਰਕੇ ਰੱਖਿਆ ਹੋਇਆ ਹੈ। ਅਜੇ ਫੈਡਰਲ ਸਰਕਾਰ ਨੇ ਜਾਣਕਾਰੀ ਨਹੀਂ ਦਿੱਤੀ ਕਿ ਇਸ ਟੀਕੇ ਨੂੰ ਲਗਾਉਣ ਦੀ ਸ਼ੁਰੂਆਤ ਕਦੋਂ ਕੀਤੀ ਜਾਵੇਗੀ। ਮੈਨੂਫੈਕਚਰਿੰਗ ਦੇ ਨਾਲ ਸੰਬੰਧਿਤ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸੀ, ਉਸ ਤੋਂ ਬਾਅਦ ਫੈਡਰਲ ਸਰਕਾਰ ਨੇ ਇਹ ਫੈਸਲਾ ਲਿਆ ਕਿ ਜੌਨਸਨ ਟੀਕਾ ਫਿਲਹਾਲ ਕੈਨੇਡੀਅਨਸ ਨੂੰ ਨਹੀਂ ਲਗਾਇਆ ਜਾਵੇਗਾ। ਓਨਟਾਰੀਓ ਅਤੇ ਕਿਊਬੈਕ ਵੱਲੋਂ ਆਪਣੇ ਵੈਕਸੀਨੇਸ਼ਨ ਪਲਾਨ ਦੇ ਵਿੱਚ ਹੁਣ ਕੁਝ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਅਗਲੇ 2 ਹਫ਼ਤਿਆਂ ਤੋਂ ਉਹਨਾਂ ਵੱਲੋਂ ਵੈਕਸੀਨੇਸ਼ਨ ਲਗਾਉਣ ਦੀ ਉਮਰ ਨੂੰ ਘਟਾਇਆ ਜਾ ਰਿਹਾ ਹੈ। ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਕੈਨੇਡਾ ਦੇ ਵਿੱਚ 11,28,778 ਦੇ ਕਰੀਬ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲੱਗ ਚੁੱਕੇ ਹਨ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੀ 3% ਦੀ ਆਬਾਦੀ ਅਜਿਹੀ ਹੈ ਜਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਟੀਕਾ ਜਾਣੀ ਕਿ ਦੋਨੋਂ ਡੋਜ਼ ਲੱਗ ਚੁੱਕੇ ਹਨ। ਕੈਨੇਡਾ ਨੂੰ ਜੌਨਸਨ ਵੈਕਸੀਨ ਦੀ ਜੋ ਪਹਿਲੀ ਸ਼ਿਪਮੈਂਟ ਮਿਲੀ ਸੀ ਉਸ ਨੂੰ ਹੋਲਡ ਕੀਤਾ ਹੋਇਆ ਸੀ, ਪਰ ਅੱਜ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਹੁਣ ਇਸ ਟੀਕੇ ਨੂੰ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਕੈਨੇਡਾ ਦੇ ਵਿੱਚ ਜੌਨਸਨ ਦਾ ਟੀਕਾ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਲਗਾਇਆ ਜਾਵੇਗਾ। ਜੌਨਸਨ ਟੀਕੇ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ, ਜਿੱਥੇ NACI ਵੱਲੋਂ ਇੱਕ ਖਾਸ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਟੀਕਾ ਕੈਨੇਡਾ ਦੇ ਵਿੱਚ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਲਗਾਇਆ ਜਾਵੇਗਾ। ਜੀ ਹਾਂ, ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਇਹ ਕਿਹਾ ਗਿਆ ਕਿ ਜੌਨਸਨ ਐਂਡ ਜੌਨਸਨ ਕੋਵਿਡ-19 ਵੈਕਸੀਨ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਹੋਵੇਗਾ। ਇਸ ਤੋਂ ਪਹਿਲਾਂ ਹੈਲਥ ਕੈਨੇਡਾ ਵੱਲੋਂ ਇਹ ਟੀਕਾ 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਅਪਰੂਵ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਸ਼ਿਪਮੈਂਟ ਨੂੰ ਹੋਲਡ ਕਰ ਲਿਆ ਗਿਆ ਸੀ, ਕਿਉਂਕਿ ਇਸ ਦੇ ਨਾਲ ਸੰਬੰਧਿਤ ਜੋ ਕੁਆਲਿਟੀ ਕੰਟਰੋਲ ਇਸ਼ੂਜ਼ ਸਾਹਮਣੇ ਆਏ ਸਨ, ਉਸ ਤੋਂ ਬਾਅਦ ਕੈਨੇਡਾ ਨੇ ਅਜਿਹਾ ਫੈਸਲਾ ਕੀਤਾ ਸੀ ਕਿ ਫਿਲਹਾਲ ਇਹ ਟੀਕਾ ਨਹੀਂ ਲਗਾਇਆ ਜਾਵੇਗਾ। ਪਰ ਉਸ ਦੇ ਕੁਝ ਦਿਨਾਂ ਬਾਅਦ ਹੀ ਇਹ ਖਬਰ ਹੁਣ ਸਾਹਮਣੇ ਆਈ ਹੈ ਕਿ ਜਿੱਥੇ ਇਹ ਟੀਕਾ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਹੁਣ ਸਹੀ ਦੱਸਿਆ ਗਿਆ ਹੈ। ਜਿਵੇਂ ਹੀ ਹੈਲਥ ਕੈਨੇਡਾ ਨੂੰ ਇਸ ਬਾਰੇ ਜਾਣਕਾਰੀ ਮਿਲੀ ਸੀ ਕਿ ਇਹ ਟੀਕਾ ਜਾਣੀ ਕਿ ਜੌਨਸਨ ਦੀ ਸ਼ਿਪਮੈਂਟ ਜੋ ਕੈਨੇਡਾ ਨੂੰ ਮਿਲੀ ਹੈ ਉਹ ਬਾਲਟੀਮੋਰ ਪਲਾਂਟ ਦੇ ਵਿੱਚ ਤਿਆਰ ਕੀਤੀ ਗਈ ਹੈ, ਉਸ ਤੋਂ ਬਾਅਦ ਉਹਨਾਂ ਨੇ ਇਸ ਟੀਕੇ ਦੀਆਂ 3 ਲੱਖ ਡੋਜ਼ਸ ਨੂੰ ਹੋਲਡ ਕਰ ਲਿਆ ਸੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਜੌਨਸਨ ਐਂਡ ਜੌਨਸਨ ਵੈਕਸੀਨ ਵੱਲੋਂ ਕੈਨੇਡਾ ਨੂੰ 38 ਮਿਲੀਅਨ ਵੈਕਸੀਨ ਦੀ ਸਪਲਾਈ ਭੇਜੀ ਜਾਵੇਗੀ। ਮੈਂਟਲ ਹੈਲਥ ਵੀਕ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ, ਜਿੱਥੇ ਉਹਨਾਂ ਨੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਸ ਸਮੇਂ ਜਿਹੜੇ ਹਾਲਾਤ ਨੇ ਉਸ ਦਾ ਸਾਡੇ ਮੈਂਟਲ ਹੈਲਥ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ, ਪਰ ਯਾਦ ਰਹੇ ਕਿ ਅਸੀਂ ਸਾਰੇ ਇਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਹਾਂ। ਹੋਰ ਉਹਨਾਂ ਵੱਲੋਂ ਕੀ ਕਿਹਾ ਗਿਆ ਦੱਸਾਂਗੇ ਇਸ ਖਬਰ ਦੇ ਵਿੱਚ। ਮੈਂਟਲ ਹੈਲਥ ਵੀਕ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖਾਸ ਸੁਨੇਹਾ ਜਾਰੀ ਕੀਤਾ ਗਿਆ। ਇਸ ਹਫ਼ਤੇ ਕੈਨੇਡਾ ਦੇ ਵਿੱਚ ਮੈਂਟਲ ਹੈਲਥ ਵੀਕ ਮਨਾਇਆ ਜਾ ਰਿਹਾ ਹੈ, ਜਿਸ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੈਸੇਜ ਕੈਨੇਡੀਅਨਸ ਦੇ ਲਈ ਸਾਹਮਣੇ ਆਇਆ ਹੈ। ਉਹਨਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਚੱਲਦਿਆਂ ਹਾਲਾਤ ਇਸ ਸਮੇਂ ਕਾਫੀ ਜ਼ਿਆਦਾ ਨਾਜ਼ੁਕ ਹਨ। ਅਸੀਂ ਸਾਰੇ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਹਾਂ, ਪਰ ਇਸ ਦੌਰਾਨ ਕੋਈ ਵੀ ਇਕੱਲਾ ਨਹੀਂ ਬਲਕਿ ਹਰ ਕੋਈ ਅਜਿਹੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਨੇ ਸਾਡੀ ਮੈਂਟਲ ਹੈਲਥ ਦੇ ਉੱਪਰ ਵੀ ਕਾਫੀ ਜ਼ਿਆਦਾ ਅਸਰ ਪਾਇਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ
ਕਿ ਅਸੀਂ ਸਾਰੇ ਦੱਸੀਏ ਕਿ ਅਸੀਂ ਅਸਲ ਦੇ ਵਿੱਚ ਕੀ ਮਹਿਸੂਸ ਕਰ ਰਹੇ ਹਾਂ, ਜਾਣੀ ਕਿ ਸਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਵੱਲੋਂ तमाम ਉਹਨਾਂ ਪ੍ਰੋਗਰਾਮਸ ਦਾ ਜ਼ਿਕਰ ਕੀਤਾ ਗਿਆ ਜਿਹੜੇ ਕਿ ਸਰਕਾਰ ਵੱਲੋਂ ਮੈਂਟਲ ਹੈਲਥ ਦੇ ਨਾਲ ਸੰਬੰਧਿਤ ਚਲਾਏ ਗਏ ਹਨ। This week is Mental Health Week, and it's a chance for all of us to get real about our mental health and how we're feeling. I know this has been an extremely difficult year for everyone. The COVID-19 pandemic has changed our lives drastically, and with those changes, many have experienced increased stress and anxiety. But I want you to know that you're not alone. We're all going through these challenging times together. And as a government, we're here to help because we know that mental health is an important part of our daily lives. And good mental health isn't about being happy all the time. It includes the full range of human emotions, even the uncomfortable ones. Now, you've probably heard the stat that 1 in 5 Canadians experiences mental illness or a mental health issue in any given year. But it's all of our responsibility to break the stigma around mental health and help those who are struggling. And that's why we've invested in mental health services for Canadians. We've created programs like Wellness Together, which is a free online portal that helps you find the mental health services, tools, and resources you need. We've invested in Indigenous communities to help expand and adapt mental health services, and we've made sure young people have easy access to mental health services too, with funding for Kids Help Phone. And in Budget 2021, we committed to establishing national standards for mental health services. We've committed to support the creation of a new national hotline service, and we're making new investments to help those who've been most affected by the pandemic with mental health support, including for young people, seniors, healthcare workers, Indigenous peoples, and racialized and Black Canadians. My friends, we all have a role to play in fighting the stigma of mental health. So as we mark Mental Health Week across the country, let's all make an effort to be there for one another during these challenging times. Let's reach out to someone who's struggling. Let's be kinder to one another. And let's check in on our friends and coworkers. Because by being there for each other, we will be able to come out of this crisis stronger together. And remember, better days are ahead. But until then, please, stay safe and healthy. ਵੈਨਕੂਵਰ ਦੇ ਵਿੱਚ ਇਸ ਸਾਲ ਵੀ ਲਾਈਟ ਫਾਇਰ ਵਰਕਸ ਨੂੰ ਰੱਦ ਕਰ ਦਿੱਤਾ ਗਿਆ। ਇਹ ਸਮਾਗਮ ਇਸ ਵਾਰ ਵੀ ਨਹੀਂ ਹੋਵੇਗਾ। ਪਿਛਲੇ ਸਾਲ ਵੀ ਕਰੋਨਾ ਵਾਇਰਸ ਦੇ ਚੱਲਦਿਆਂ ਇਸ ਨੂੰ ਕੈਂਸਲ ਕੀਤਾ ਗਿਆ ਸੀ। ਆਰਗੇਨਾਈਜ਼ਰਸ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਜੋ ਇਸ ਵੱਡੇ ਸਮਾਗਮ ਦੇ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਸਨ, ਉਹਨਾਂ ਦੇ ਉੱਪਰ ਇਸ ਦਾ ਪ੍ਰਭਾਵ ਤਾਂ ਪਵੇਗਾ, ਪਰ ਇਸ ਨੂੰ ਰੱਦ ਕਰਨਾ ਜ਼ਰੂਰੀ ਸੀ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਉਸ ਨੂੰ ਨਹੀਂ ਕਰਾਇਆ ਜਾ ਸਕਦਾ। ਵੈਨਕੂਵਰ ਦੇ ਵਿੱਚ ਹੋਣ ਵਾਲੇ ਸਭ ਤੋਂ ਵੱਡੇ ਫਾਇਰ ਸ਼ੋਅ ਨੂੰ ਇੱਕ ਵਾਰ ਫਿਰ ਤੋਂ ਰੱਦ ਕਰ ਦਿੱਤਾ ਗਿਆ ਹੈ। ਇੱਕ ਵਾਰ ਫਿਰ ਤੋਂ ਇਸ ਸਾਲ ਵੀ ਇਸ ਫੈਸਟੀਵਲ ਨੂੰ ਕੈਂਸਲ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਪਿਛਲੇ ਸਾਲ ਵੀ ਕਰੋਨਾ ਵਾਇਰਸ ਦੇ ਚੱਲਦਿਆਂ ਇਸ ਫਾਇਰ ਸ਼ੋਅ ਨੂੰ ਰੋਕ ਦਿੱਤਾ ਗਿਆ ਸੀ। ਵੈਨਕੂਵਰ ਫਾਇਰਵਰਕਸ ਫੈਸਟੀਵਲ ਸੁਸਾਇਟੀ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਕਿ ਦ ਹੋਂਡਾ ਸੈਲੀਬ੍ਰੇਸ਼ਨ ਆਫ ਲਾਈਟ ਇਸ ਸਾਲ ਵੀ ਨਹੀਂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ 2022 ਦੇ ਵਿੱਚ ਇਹ ਸਮਾਗਮ ਫਿਰ ਤੋਂ ਹੋਵੇਗਾ। ਇਸ ਦੌਰਾਨ 30ਵਾਂ ਸਾਲ ਮਨਾਇਆ ਜਾਵੇਗਾ। ਉਹਨਾਂ ਇਸ ਵਾਸਤੇ ਜੁਲਾਈ 23, 27 ਅਤੇ 30 ਤਾਰੀਖ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦ ਫੈਸਟੀਵਲ ਸੁਸਾਇਟੀ ਦੇ ਕੋ-ਚੇਅਰ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ। ਉਹਨਾਂ ਕਿਹਾ ਕਿ ਇਹ ਫੈਸਟੀਵਲ ਰੱਦ ਹੋਣ ਦੇ ਨਾਲ ਜਿਹੜੇ ਲੋਕ ਇਸ ਦੇ ਵਿੱਚ ਹਿੱਸਾ ਲੈਣ ਵਾਲੇ ਸਨ, ਜਾਣੀ ਕਿ ਜਿਹੜੀਆਂ ਟੀਮਾਂ ਵੱਲੋਂ ਇਸ ਦੇ ਵਿੱਚ ਹਿੱਸਾ ਲਿਆ ਜਾਣਾ ਸੀ, ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋਈਆਂ ਨੇ। ਪਰ ਇਸ ਸਾਲ ਇਸ ਸਮਾਗਮ ਨੂੰ ਕਰਾਉਣਾ ਸੰਭਵ ਨਹੀਂ ਸੀ। ਦੱਸੀਏ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਵੱਡੇ ਸਮਾਗਮ ਸੀ, ਉਹਨਾਂ ਨੂੰ ਕਰੋਨਾ ਵਾਇਰਸ ਦੇ ਚੱਲਦਿਆਂ ਇਸ ਸਾਲ ਵੀ ਰੱਦ ਕੀਤਾ ਜਾ ਰਿਹਾ। ਕਰੋਨਾ ਵਾਇਰਸ ਦਾ ਫੈਲਾਅ ਇੱਕ ਵਾਰ ਫਿਰ ਤੋਂ ਤੇਜ਼ ਹੋਇਆ, ਜਿਸ ਤੋਂ ਬਾਅਦ ਜਿਹੜੇ ਵੱਖ-ਵੱਖ ਸਮਾਗਮ ਨੇ ਉਹਨਾਂ ਨੂੰ ਰੱਦ ਜਾਣੀ ਕਿ ਕੈਂਸਲ ਕਰਨ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਅਜਿਹਾ ਹੀ ਵੈਨਕੂਵਰ ਦੇ ਵਿੱਚ ਵੀ ਹੋਇਆ, ਜਿੱਥੇ ਵੈਨਕੂਵਰ ਦੇ ਵਿੱਚ ਹੋਣ ਵਾਲੇ ਸਭ ਤੋਂ ਵੱਡੇ ਫਾਇਰ ਸ਼ੋਅ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸਟੂਡੈਂਟ ਲੋਨ ਵੈਬਸਾਈਟਾਂ ਕਾਫੀ ਡਾਊਨ ਰਹੀਆਂ ਕਿਉਂਕਿ ਇਹਨਾਂ ਨੂੰ ਹੈਕਰਸ ਨੇ ਆਪਣਾ ਨਿਸ਼ਾਨਾ ਬਣਾਇਆ ਸੀ। ਹੈਕ ਕਰਨ ਤੋਂ ਬਾਅਦ ਇਹਨਾਂ ਵੈਬਸਾਈਟਾਂ ਦੀ ਸਕਰੀਨ ਦੇ ਉੱਪਰ ਸਿਰਫ ਕਾਲੀ ਸਕਰੀਨ ਹੀ ਨਜ਼ਰ ਆ ਰਹੀ ਸੀ। ਬਾਅਦ ਦੇ ਵਿੱਚ ਇਸ ਦੀ ਜਾਣਕਾਰੀ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਕਿ ਇਹ ਜਿਹੜੀਆਂ ਵੈਬਸਾਈਟਾਂ ਇਹਨਾਂ ਨੂੰ ਕੁਝ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਹੈਕਰਸ ਨੇ ਇਹਨਾਂ ਨੂੰ ਹੈਕ ਕਰ ਲਿਆ ਸੀ।
ਮਈ 2 ਦੀ ਸ਼ਾਮ ਨੂੰ ਅਪੈਰੈਂਟ ਹੈਕ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਸਟੂਡੈਂਟ ਲੋਨ ਵੈਬਸਾਈਟ ਡਾਊਨ ਹੋ ਗਈਆਂ। ਜੀ ਹਾਂ, ਸਟੂਡੈਂਟ ਏਡ ਬ੍ਰਿਟਿਸ਼ ਕੋਲੰਬੀਆ ਅਤੇ ਲਰਨ ਲਿਵ ਬ੍ਰਿਟਿਸ਼ ਕੋਲੰਬੀਆ ਦੋਨੋਂ ਹੀ ਵੈਬਸਾਈਟ ਦੇ ਉੱਪਰ ਕਾਲੀਆਂ ਸਕਰੀਨਾਂ ਨਜ਼ਰ ਆ ਰਹੀਆਂ ਸਨ। ਇਸ ਦੇ ਉੱਪਰ ਲਿਖਿਆ ਨਜ਼ਰ ਆ ਰਿਹਾ ਸੀ ਕਿ RT3N ਵੱਲੋਂ ਇਸ ਨੂੰ ਹੈਕ ਕਰ ਲਿਆ ਗਿਆ ਹੈ। ਸਟੂਡੈਂਟ ਏਡ BC ਵੱਲੋਂ ਇਸ ਦੀ ਜਾਣਕਾਰੀ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਅਸੀਂ ਵੈਬਸਾਈਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਨਾਲ ਹੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੁਝ ਸਮੇਂ ਦੇ ਲਈ ਇਹ ਵੈਬਸਾਈਟ ਬੰਦ ਰਹੇਗੀ। ਉਹਨਾਂ ਕਿਹਾ ਕਿ ਕੁਝ ਸਮੇਂ ਬਾਅਦ ਫਿਰ ਤੋਂ ਇਸ ਨੂੰ ਠੀਕ ਕਰ ਲਿਆ ਜਾਵੇਗਾ। ਉਧਰ ਐਡਵਾਂਸਡ ਐਜੂਕੇਟਰ ਮਿਨਿਸਟਰੀ ਵੱਲੋਂ ਵੀ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੈਕ ਹੋਈਆਂ ਅਤੇ ਕਿਸ ਵੱਲੋਂ ਇਹਨਾਂ ਨੂੰ ਹੈਕ ਕੀਤਾ ਗਿਆ, ਇਸ ਦੇ ਬਾਰੇ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੋ ਜਿਹੜੀਆਂ ਬ੍ਰਿਟਿਸ਼ ਕੋਲੰਬੀਆ ਸਟੂਡੈਂਟ ਲੋਨ ਵੈਬਸਾਈਟ ਡਾਊਨ ਹੋਈਆਂ ਸਨ, ਉਸ ਦੇ ਬਾਰੇ ਇਹੀ ਜਾਣਕਾਰੀ ਫਿਲਹਾਲ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਹੈਕ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਇਹਨਾਂ ਵੈਬਸਾਈਟ ਦੇ ਉੱਪਰ ਕਾਲੀ ਸਕਰੀਨ ਨਜ਼ਰ ਆ ਰਹੀ ਸੀ। ਕੋਵਿਡ-19 ਵੈਕਸੀਨ ਦੇ ਨਾਲ ਸੰਬੰਧਿਤ ਸਮੇਂ-ਸਮੇਂ ਦੇ ਉੱਪਰ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ। ਅਜਿਹੀ ਇੱਕ ਹੋਰ ਅਪਡੇਟ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਹੈ ਕਿ ਵੈਕਸੀਨ ਦੇ 2 ਸ਼ਾਟ ਕਰੋਨਾ ਵਾਇਰਸ ਦੇ ਖਿਲਾਫ ਕਾਫੀ ਜ਼ਿਆਦਾ ਅਸਰਦਾਰ ਹੁੰਦੇ ਨੇ। ਜੇਕਰ ਇੱਕ ਸ਼ਾਟ ਲਗਾਉਂਦੇ ਹਾਂ, ਉਸ ਦੇ ਮੁਕਾਬਲੇ 2 ਸ਼ਾਟਸ ਜ਼ਿਆਦਾ ਅਸਰ ਦਿਖਾਉਂਦੇ ਹਨ। ਕਰੋਨਾ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਅਧਿਐਨ ਕਰਾਏ ਜਾਂਦੇ ਨੇ, ਜਿਸ ਦੇ ਜੋ ਨਤੀਜੇ ਆਉਂਦੇ ਨੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਪਰ ਸਾਂਝਾ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਹੋਰ ਸਰਵੇ ਸਾਹਮਣੇ ਆਇਆ। ਇੱਕ ਸਟੱਡੀ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕੋਵਿਡ-19 ਦੇ ਵਾਸਤੇ ਜੋ ਕਰੋਨਾ ਵੈਕਸੀਨ ਹੈ, ਉਸ ਦੀ ਇੱਕ ਡੋਜ਼ ਦੀ ਬਜਾਏ 2 ਵੈਕਸੀਨ ਡੋਜ਼ ਅਸਰਦਾਰ ਹਨ। ਅਮਰੀਕਾ ਦੇ ਵਿੱਚ ਹੋਈ ਰਿਸਰਚ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਇਸ ਤੋਂ ਪਹਿਲਾਂ ਮੈਨੂਫੈਕਚਰਿੰਗ ਕੰਪਨੀਆਂ ਵੀ ਇਸ ਗੱਲ ਦਾ ਦਾਅਵਾ ਕਰਦੀਆਂ ਰਹੀਆਂ ਨੇ ਕਿ ਕੋਵਿਡ-19 ਵੈਕਸੀਨ ਦੇ 2 ਡੋਜ਼ ਇੱਕ ਡੋਜ਼ ਦੇ ਮੁਕਾਬਲੇ ਕਾਫੀ ਜ਼ਿਆਦਾ ਅਸਰਦਾਰ ਹਨ। ਦਰਅਸਲ US ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੱਲੋਂ ਇੱਕ ਸਟੱਡੀ ਕਰਵਾਈ ਗਈ, ਜਿਸ ਦੇ ਵਿੱਚ ਪਤਾ ਚੱਲਿਆ ਕਿ ਮੋਡਰਨਾ ਵੈਕਸੀਨ ਦੀ ਇੱਕ ਡੋਜ਼ 64% ਅਸਰਦਾਰ ਹੈ ਅਤੇ ਇਹ 65 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਹਸਪਤਾਲ ਦੇ ਵਿੱਚ ਜਾਣ ਤੋਂ ਬਚਾਉਂਦੀ ਹੈ। ਇਸ ਟੀਕੇ ਦੀ ਦੂਸਰੀ ਡੋਜ਼ ਲਗਵਾਉਣ ਦੇ ਨਾਲ 14 ਦਿਨਾਂ ਦੇ ਬਾਅਦ 94% ਦਾ ਅਸਰ ਦੇਖਣ ਨੂੰ ਮਿਲਦਾ ਹੈ। ਜਾਣੀ ਕਿ ਜਦੋਂ ਇਸ ਵੈਕਸੀਨ ਦੀ ਇੱਕ ਡੋਜ਼ ਲਗਾਈਏ ਤਾਂ ਉਸ ਦਾ ਅਸਰ 64% ਅਤੇ ਜੇਕਰ 2 ਡੋਜ਼ ਲਗਵਾਈਏ ਤਾਂ ਇਸ ਦਾ ਅਸਰ 94% ਹੋ ਜਾਂਦਾ ਹੈ। ਇਹ ਸਟੱਡੀ ਕੁਝ ਕੁ ਲੋਕਾਂ ਦੇ ਉੱਪਰ ਹੀ ਕਰਵਾਈ ਗਈ, ਜਿਸ ਦੇ ਵਿੱਚ 417 ਅਡਲਟਸ ਨੂੰ ਸ਼ਾਮਿਲ ਕੀਤਾ ਗਿਆ। 14 ਸੂਬਿਆਂ ਦੇ 24 ਹਸਪਤਾਲਾਂ ਦੇ ਵਿੱਚੋਂ ਅਡਲਟਸ ਦੇ ਉੱਪਰ ਇਹ ਸਟੱਡੀ ਕਰਵਾਈ ਗਈ, ਜਿਸ ਦੇ ਨਤੀਜੇ ਹੁਣ ਸਾਹਮਣੇ ਆਏ ਹਨ। ਪਿਛਲੇ ਸਾਲ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਕੋਵਿਡ-19 ਵੈਕਸੀਨ ਦੇ ਦੋਹਾਂ ਸ਼ਾਟ ਦੇ ਵਿੱਚ 3 ਤੋਂ 4 ਹਫ਼ਤਿਆਂ ਦਾ ਗੈਪ ਜਾਣੀ ਕਿ ਸਮਾਂ ਰੱਖਿਆ ਜਾਵੇ। ਬਾਈਡਨ ਪ੍ਰਸ਼ਾਸਨ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਹੈ ਕਿ ਟਰੰਪ ਪ੍ਰਸ਼ਾਸਨ ਦੇ ਦੌਰਾਨ ਜਿਹੜੇ ਪਰਿਵਾਰ ਇੱਕ ਦੂਸਰੇ ਤੋਂ ਮੈਕਸੀਕੋ ਬਾਰਡਰ ਦੇ ਉੱਪਰ ਵਿਛੜ ਗਏ ਸਨ, ਉਹਨਾਂ ਨੂੰ ਹੁਣ ਮਿਲਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਹਫ਼ਤੇ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ 4 ਪਰਿਵਾਰਾਂ ਨੂੰ ਮਿਲਾਇਆ ਜਾਵੇਗਾ। ਬਾਈਡਨ ਪ੍ਰਸ਼ਾਸਨ ਹੁਣ ਉਹਨਾਂ ਪਰਿਵਾਰਾਂ ਨੂੰ ਮਿਲਵਾਉਣ ਦੀ ਸ਼ੁਰੂਆਤ ਕਰੇਗਾ ਜਿਹੜੇ ਕਿ US ਮੈਕਸੀਕੋ ਬਾਰਡਰ ਦੇ ਉੱਪਰ ਵੱਖ ਹੋ ਗਏ। ਜੀ ਹਾਂ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਫ਼ਤੇ ਉਹਨਾਂ ਵੱਲੋਂ 4 ਪਰਿਵਾਰਾਂ ਨੂੰ ਮਿਲਵਾਇਆ ਜਾਵੇਗਾ ਜਿਹੜੇ ਕਿ ਟਰੰਪ ਦੇ ਕਾਰਜਕਾਲ ਦੇ ਦੌਰਾਨ ਮੈਕਸੀਕੋ ਬਾਰਡਰ ਦੇ ਉੱਪਰ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਸਨ। ਇਹਨਾਂ 4 ਪਰਿਵਾਰਾਂ ਦੇ ਵਿੱਚੋਂ 2 ਪਰਿਵਾਰ ਅਜਿਹੇ ਹਨ ਜਿਸ ਦੇ ਵਿੱਚ 2017 ਤੋਂ ਹੀ ਮਾਵਾਂ ਆਪਣੇ ਬੱਚਿਆਂ ਤੋਂ ਵੱਖ ਹੋਈਆਂ। ਉਹਨਾਂ ਦੱਸਿਆ ਕਿ ਜਿਸ ਸਮੇਂ ਇਹ ਸਭ ਕੁਝ ਹੋਇਆ, ਜਾਣੀ ਕਿ ਆਪਣੇ ਪਰਿਵਾਰ ਤੋਂ ਵੱਖ ਹੋਏ, ਉਸ ਸਮੇਂ ਉਹਨਾਂ ਦੇ ਬੱਚਿਆਂ ਦੀ ਉਮਰ 3 ਕੁ ਸਾਲ ਦੀ ਸੀ। ਇਹਨਾਂ ਮਾਂ-ਬਾਪ ਨੂੰ US ਦੇ ਵਿੱਚ ਹਿਊਮੈਨਿਟੇਰੀਅਨ ਪੈਰੋਲ ਦੇ ਉੱਪਰ ਭੇਜਿਆ ਜਾਵੇਗਾ। ਜੁਲਾਈ 1, 2017 ਤੋਂ ਹੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ 5000 ਦੇ ਕਰੀਬ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋਏ। ਇਹਨਾਂ ਵਿੱਚੋਂ ਕਈ ਜ਼ੀਰੋ ਟੋਲਰੈਂਸ ਪਾਲਿਸੀ ਦੇ ਅਧੀਨ ਆਏ ਸਨ। ਹੈਲਥ ਐਂਡ ਹਿਊਮਨ ਰਿਸੋਰਸਿਸ ਦੇ ਵੱਲੋਂ 14 ਐਮਰਜੈਂਸੀ ਇਨਟੇਕ ਸੈਂਟਰਸ ਖੋਲ੍ਹੇ ਗਏ, ਜਿਸ ਦੇ ਵਿੱਚ ਹੁਣ 20,000 ਬੈੱਡ ਦੀ ਸਮਰੱਥਾ ਵਧਾਈ ਗਈ ਹੈ। ਇਸ ਤੋਂ ਪਹਿਲਾਂ ਇੱਥੇ 952 ਬੈੱਡ ਦੀ ਹੀ ਸਮਰੱਥਾ ਸੀ। ਸੋ ਟਰੰਪ ਪ੍ਰਸ਼ਾਸਨ ਵੱਲੋਂ ਇਹ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਉਹਨਾਂ ਵੱਲੋਂ ਉਹਨਾਂ ਵਿਛੜੇ ਪਰਿਵਾਰਾਂ ਨੂੰ ਮਿਲਵਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਹੜੇ ਕਿ ਟਰੰਪ ਪ੍ਰਸ਼ਾਸਨ ਦੇ ਦੌਰਾਨ ਮੈਕਸੀਕੋ ਬਾਰਡਰ ਦੇ ਉੱਪਰ ਵੱਖ ਹੋ ਗਏ ਸਨ। ਬਰਨਵੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਔਰਤ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਔਰਤ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੀ ਗ੍ਰਿਫਤਾਰੀ ਵੀ ਹੋਈ ਹੈ। ਪੁਲਿਸ ਵੱਲੋਂ ਫਿਲਹਾਲ ਇਹ ਦੱਸਿਆ ਗਿਆ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹ ਹੁਣ ਰਿਕਵਰ ਕਰ ਰਹੀ ਹੈ। ਮਾਮਲਾ ਬਰਨਵੀ ਤੋਂ ਸਾਹਮਣੇ ਆਇਆ।
ਜਿੱਥੇ ਇੱਕ 25 ਸਾਲ ਦੀ ਔਰਤ ਦੇ ਉੱਪਰ ਗੋਲੀ ਚਲਾਈ ਗਈ। ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਦੀ ਹੁਣ ਗ੍ਰਿਫਤਾਰੀ ਕੀਤੀ ਗਈ ਹੈ। ਇਸ तमाम ਘਟਨਾ ਦੇ ਬਾਰੇ ਵਿੱਚ ਵਰਨਵੀ ਆਰਸੀਐਮਪੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇੱਕ ਔਰਤ ਦੇ ਉੱਪਰ ਗੋਲੀ ਚਲਾਈ ਗਈ ਅਤੇ ਜੋ ਇਸ ਮਾਮਲੇ ਦੇ ਵਿੱਚ ਸ਼ੱਕੀ ਸੀ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ। ਜਿਸ ਔਰਤ ਦੇ ਉੱਪਰ ਗੋਲੀ ਚਲੀ ਉਸ ਦੀ ਉਮਰ 25 ਸਾਲ ਦੱਸੀ ਗਈ ਅਤੇ ਉਹ ਇਸ ਸਮੇਂ ਗੰਭੀਰ ਜ਼ਖਮੀ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਸਸਪੈਕਟ ਨੂੰ ਕੁਝ ਹੀ ਘੰਟਿਆਂ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੀ ਗ੍ਰਿਫਤਾਰੀ ਬਰਨਵੀ ਤੋਂ ਹੀ ਹੋਈ ਹੈ। ਇਸ ਮਾਮਲੇ ਨੂੰ ਪੁਲਿਸ ਵੱਲੋਂ ਟਾਰਗੇਟਡ ਦੱਸਿਆ ਗਿਆ। ਇਸ ਨੂੰ ਲੋਅਰ ਮੇਨਲੈਂਡ ਦੇ ਵਿੱਚ ਜਿਹੜੀ ਗੈਂਗ ਹਿੰਸਾ ਹੋਈ ਸੀ ਉਸ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਪੁਲਿਸ ਦੇ ਮੁਤਾਬਕ ਫਿਲਹਾਲ ਔਰਤ ਦੀ ਹਾਲਤ ਠੀਕ ਹੈ, ਜਾਣੀ ਕਿ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਸ ਦੀ ਸਿਹਤ ਦੇ ਵਿੱਚ ਵੀ ਹੁਣ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਦੇ ਨਾਲ ਸੰਬੰਧਿਤ ਅੱਗੇ ਹੋਰ ਵੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਉਮਰ ਸਾਂਝੀ ਕੀਤੀ ਗਈ ਹੈ, ਜੋ ਕਿ 43 ਸਾਲ ਦੱਸੀ ਗਈ। ਇਸ ਨਾਲ ਸੰਬੰਧਿਤ ਅਜੇ ਉਹਨਾਂ ਵੱਲੋਂ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਕਈ ਲੋਕ ਅਜਿਹੇ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਲਗਵਾਇਆ ਗਿਆ, ਉਸ ਤੋਂ ਬਾਅਦ ਵੀ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆਏ ਹਨ। ਇਹ ਕਿਸ ਟੀਕੇ ਲਗਵਾਉਣ ਤੋਂ ਬਾਅਦ ਹੋਇਆ, ਇਸ ਦੇ ਬਾਰੇ ਅਜੇ ਸਪਸ਼ਟ ਨਹੀਂ ਕੀਤਾ ਗਿਆ। ਇਸ ਖਬਰ ਦੇ ਵਿੱਚ ਬਾਕੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਾਣੀ ਕਿ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਕੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇੱਕ ਖਾਸ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਵੀ ਲੋਕਾਂ ਵੱਲੋਂ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ, ਉਸ ਤੋਂ 2 ਹਫ਼ਤਿਆਂ ਬਾਅਦ 2200 ਤੋਂ ਵੱਧ ਕੈਨੇਡੀਅਨ ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਆ ਗਏ। ਪਬਲਿਕ ਹੈਲਥ ਏਜੰਸੀ ਦੇ ਮੁਤਾਬਕ ਟੀਕਾ ਹਾਸਲ ਕਰ ਚੁੱਕੇ ਲੋਕਾਂ ਦੇ ਵਿੱਚੋਂ ਇਨਫੈਕਸ਼ਨ ਦੇ ਕਰੀਬ 1.3% ਮਾਮਲੇ ਸਾਹਮਣੇ ਆਏ ਹਨ। ਏਜੰਸੀ ਦੇ ਮੁਤਾਬਕ ਇਹਨਾਂ ਇਨਫੈਕਸ਼ਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਜੇ ਇਹ ਵੀ ਨਹੀਂ ਸਪਸ਼ਟ ਹੋਇਆ ਕਿ ਇਹ ਕਿਸ ਵੈਕਸੀਨ ਦੇ ਨਾਲ ਜੁੜੇ ਹੋਏ ਮਾਮਲੇ ਹਨ। ਇਸ ਦੇ ਨਾਲ ਹੀ ਜੇਕਰ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਓਨਟਾਰੀਓ ਤੋਂ 3436 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਓਨਟਾਰੀਓ ਤੋਂ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਨਵੀਂ ਅਪਡੇਟ ਸਾਹਮਣੇ ਆਈ ਹੈ, ਜਿੱਥੇ ਹੌਟਸਪੌਟਸ ਦੇ ਵਿੱਚ ਹੁਣ 18 ਸਾਲ ਤੋਂ ਵੱਧ ਉਮਰ ਵਾਲੇ ਵੈਕਸੀਨ ਦੇ ਲਈ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹਨ। 24 ਘੰਟਿਆਂ ਦੌਰਾਨ ਓਨਟਾਰੀਓ ਦੇ ਵਿੱਚ 16 ਲੋਕਾਂ ਦੀ ਵਾਇਰਸ ਦੇ ਕਰਕੇ ਜਾਂਚ ਚਲੀ ਗਈ। ਟੋਰਾਂਟੋ ਤੋਂ 985, ਪੀਲ ਰੀਜਨ ਤੋਂ 714, ਯਾਰਕ ਰੀਜਨ ਤੋਂ 351, ਦੋਹਰਮ ਰੀਜਨ ਤੋਂ 271 ਮਾਮਲਿਆਂ ਦੀ ਪੁਸ਼ਟੀ ਹੋਈ। ਮਿਨਿਸਟਰੀ ਦੇ ਮੁਤਾਬਕ ਹਸਪਤਾਲ ਦੇ ਵਿੱਚ 1925 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 611 ਵੈਂਟੀਲੇਟਰ ਦੇ ਉੱਪਰ ਨੇ। ਕਿਬੈਕ ਤੋਂ 798 ਕਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 2 ਮੌਤਾਂ ਇਸ ਵਾਇਰਸ ਦੇ ਕਾਰਨ ਹੋਈਆਂ ਹਨ। ਹੁਣ ਤੱਕ 3,32,577 ਦੇ ਕਰੀਬ ਕਰੋਨਾ ਵਾਇਰਸ ਦੀ ਗ੍ਰਿਫਤ ਦੇ ਵਿੱਚ ਲੋਕ ਆ ਚੁੱਕੇ ਹਨ। 10,944 ਦੀਆਂ ਜਾਨਾਂ ਇਸ ਵਾਇਰਸ ਦੇ ਕਰਕੇ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ 588 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 151 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ ਇੱਕ ਮੌਤ ਹੋਰ ਕਰੋਨਾ ਵੇਰੀਐਂਟ ਦੇ ਨਾਲ ਸੰਬੰਧਿਤ ਹੋਈ ਹੈ। ਇਸ ਦੇ ਨਾਲ ਹੀ 251 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਕੈਨੇਡਾ ਦੇ ਵਿੱਚ ਹੁਣ ਤੱਕ 1.24 ਮਿਲੀਅਨ ਦੇ ਕਰੀਬ ਕੁੱਲ ਕਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। 24,320 ਦੇ ਕਰੀਬ ਹੁਣ ਤੱਕ ਜਾਨਾਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ 1.13 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਕੇਸ ਹਨ। ਸਰੀ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ 19 ਸਾਲ ਦੇ ਲੜਕੇ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ। ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚ ਸਕੀ ਅਤੇ ਹਸਪਤਾਲ ਦੇ ਵਿੱਚ ਉਸਨੇ ਦਮ ਤੋੜ ਦਿੱਤਾ। ਪੁਲਿਸ ਵੱਲੋਂ तमाम ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਸਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ 19 ਸਾਲਾ ਲੜਕੇ ਦੇ ਗੋਲੀਆਂ ਮਾਰੀਆਂ ਗਈਆਂ। ਇਸੇ ਦੇ ਚੱਲਦਿਆਂ ਉਸ ਦੀ ਹੁਣ ਮੌਤ ਹੋ ਗਈ ਹੈ। ਇਸ ਸੰਬੰਧੀ ਆਈ ਹਿੱਟ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਘਟਨਾ 30 ਅਪ੍ਰੈਲ 2021 ਦੀ ਹੈ। ਉਹਨਾਂ ਦੱਸਿਆ ਕਿ ਸਰੀ ਦੇ ਹਸਪਤਾਲ ਦੇ ਵਿੱਚ ਇਸ 19 ਸਾਲਾ ਲੜਕੇ ਨੂੰ ਭਰਤੀ ਕਰਵਾਇਆ ਗਿਆ, ਜਿਸ ਨੂੰ ਗੋਲੀਆਂ ਲੱਗੀਆਂ ਸਨ, ਪਰ ਇਸ ਲੜਕੇ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ ਹਸਪਤਾਲ ਦੇ ਵਿੱਚ ਇਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਇਸ ਨੂੰ ਇੱਕ ਆਈਸੋਲੇਟਡ ਐਕਸੀਡੈਂਟ ਦੱਸਿਆ, ਜਿਸ ਦਾ ਮਤਲਬ ਹੈ ਕਿ ਇਸ ਦੇ ਨਾਲ ਕਿਸੇ ਵੀ ਹੋਰ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਪੁਲਿਸ ਮੁਤਾਬਕ ਜਿਹੜੀਆਂ ਵੀ
ਘਟਨਾਵਾਂ ਸਰੀ ਦੇ ਵਿੱਚ ਕੁਝ ਸਮਾਂ ਪਹਿਲਾਂ ਵਾਪਰੀਆਂ ਉਹਨਾਂ ਦਾ ਇਸ ਘਟਨਾ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਆਈਹਿੱਟ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕੀਤੀ ਜਾਵੇ ਤਾਂ ਕਿ ਇਸ ਮਾਮਲੇ ਨੂੰ ਜਲਦ ਹੀ ਸੁਲਝਾਇਆ ਜਾਵੇ। ਇਸ ਸੰਬੰਧੀ ਉਹਨਾਂ ਨੇ ਆਪਣਾ ਨੰਬਰ ਜਾਰੀ ਕੀਤਾ ਹੈ 187755114448। ਇਸ ਦੇ ਉੱਪਰ ਪੁਲਿਸ ਦੇ ਨਾਲ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਨਾਲ ਹੀ ihit@rcmp_grc.gc.ca ਦੇ ਉੱਪਰ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਕ੍ਰਾਈਮ ਸਟਾਪਰਸ ਦਾ ਵੀ ਨੰਬਰ ਜਾਰੀ ਕੀਤਾ ਗਿਆ ਜੋ ਕਿ 1800228477। ਖਬਰ ਬਰੈਂਪਟਨ ਤੋਂ ਸਾਹਮਣੇ ਆਈ ਹੈ ਜਿੱਥੇ ਲਵਪ੍ਰੀਤ ਸਿੰਘ ਨਾਮ ਦੇ ਪੰਜਾਬੀ ਡਰਾਈਵਰ ਨੂੰ ਚਾਰਜ ਕੀਤਾ ਗਿਆ। ਉਹ ਇਸ ਕਰਕੇ ਕਿਉਂਕਿ ਉਸ ਵੱਲੋਂ ਸ਼ਰਾਬ ਪੀ ਕੇ ਤੇਜ਼ ਰਫ਼ਤਾਰ ਡਰਾਈਵਿੰਗ ਕੀਤੀ ਜਾ ਰਹੀ ਸੀ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹਨਾਂ ਨੇ ਚੈਕਿੰਗ ਕੀਤੀ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਲਵਪ੍ਰੀਤ ਦੇ ਕੋਲ ਨਾ ਤੇ ਇੰਸ਼ੋਰੈਂਸ ਸੀ ਤੇ ਉਸ ਵੱਲੋਂ ਸ਼ਰਾਬ ਪੀਤੀ ਹੋਈ ਸੀ, ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਿਹਾ ਸੀ। ਹੁਣ ਅਗਲੀ ਪੇਸ਼ੀ ਕੋਰਟ ਦੇ ਵਿੱਚ ਲਵਪ੍ਰੀਤ ਦੀ 15 ਜੁਲਾਈ ਨੂੰ ਹੋਵੇਗੀ। ਬਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੰਜਾਬੀ ਡਰਾਈਵਰ ਨੂੰ ਚਾਰਜ ਕੀਤਾ ਗਿਆ ਹੈ। ਦਰਅਸਲ ਇਸ ਵੱਲੋਂ ਸ਼ਰਾਬ ਪੀ ਕੇ ਸਟੰਟ ਡਰਾਈਵਿੰਗ ਕੀਤੀ ਜਾ ਰਹੀ ਸੀ। ਇਹ ਘਟਨਾ ਸ਼ੁੱਕਰਵਾਰ ਦੀ ਹੈ ਜਦੋਂ ਕੈਲੇਡਨ ਦੇ ਵਿੱਚ ਕਰੀਬ 10:46 ਦੇ ਉੱਪਰ ਲਵਪ੍ਰੀਤ ਸਿੰਘ ਵੱਲੋਂ ਸ਼ਰਾਬ ਪੀ ਕੇ ਹਾਈਵੇ 10 ਦੇ ਉੱਪਰ ਤੇਜ਼ ਰਫ਼ਤਾਰ ਦੇ ਨਾਲ ਡਰਾਈਵਿੰਗ ਕੀਤੀ ਜਾ ਰਹੀ ਸੀ। ਇਸੇ ਦੋਸ਼ ਦੇ ਹੇਠ ਹੁਣ ਬਰੈਂਪਟਨ ਦੇ ਇਸ ਡਰਾਈਵਰ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਲਵਪ੍ਰੀਤ ਦੇ ਵਾਹਨ ਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਜ਼ਿਆਦਾ ਸੀ। ਜਦੋਂ ਚੈਕਿੰਗ ਕੀਤੀ ਗਈ ਤਾਂ ਉਦੋਂ ਪਤਾ ਚੱਲਿਆ ਕਿ ਉਸ ਵੱਲੋਂ ਸ਼ਰਾਬ ਪੀਤੀ ਹੋਈ ਹੈ ਕਿਉਂਕਿ ਜਦੋਂ ਉਸ ਦਾ ਸੈਂਪਲ ਲਿਆ ਗਿਆ ਤੇ ਉਸ ਤੋਂ ਇਹ ਗੱਲ ਸਾਹਮਣੇ ਆਈ। ਇਸ ਦੇ ਨਾਲ ਹੀ ਲਵਪ੍ਰੀਤ ਦੇ ਕੋਲ ਕੋਈ ਇੰਸ਼ੋਰੈਂਸ ਵੀ ਨਹੀਂ ਸੀ। ਵਹੀਕਲ 7 ਦਿਨਾਂ ਦੇ ਲਈ ਰੱਖ ਲਿਆ ਗਿਆ ਅਤੇ ਲਾਇਸੈਂਸ ਨੂੰ 3 ਮਹੀਨਿਆਂ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇੱਕ ਵਾਰ ਫਿਰ ਤੋਂ ਲਵਪ੍ਰੀਤ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ। ਇਸ ਦੀ ਅਗਲੀ ਕੋਰਟ ਦੇ ਵਿੱਚ ਪੇਸ਼ੀ 15 ਜੁਲਾਈ ਨੂੰ ਹੋਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਬੀਤੇ 3 ਦਿਨਾਂ ਦੇ ਵਿੱਚ 3 ਥਾਵਾਂ ਦੇ ਉੱਪਰ ਚੱਲੀ ਗੋਲੀ, 2 ਜਾਣਿਆਂ ਦੀ ਹੋਈ ਮੌਤ। ਕੈਨੇਡਾ ਜਲਦ ਭੇਜੇਗਾ ਭਾਰਤ ਨੂੰ ਮਦਦ, ਕੈਨੇਡਾ ਨੇ ਸ਼ੁਰੂ ਕੀਤੀ ਤਿਆਰੀ। ਫਾਈਜ਼ਰ ਭੇਜੇਗਾ ਕੈਨੇਡਾ ਨੂੰ ਵੱਧ ਟੀਕੇ, ਕੈਨੇਡਾ ਨੂੰ ਇਸ ਹਫ਼ਤੇ ਮਿਲਣਗੇ 2 ਮਿਲੀਅਨ ਟੀਕੇ। ਜੌਨਸਨ ਟੀਕਾ ਲਗਾਉਣ ਦੀ ਹੋਵੇਗੀ ਸ਼ੁਰੂਆਤ, 30 ਸਾਲ ਅਤੇ ਵੱਧ ਉਮਰ ਵਾਲਿਆਂ ਦੇ ਲਈ ਟੀਕਾ ਸੁਰੱਖਿਅਤ। ਟਰੂਡੋ ਦਾ ਮੈਂਟਲ ਹੈਲਥ ਦੇ ਬਾਰੇ ਸੁਨੇਹਾ, ਅਸੀਂ ਸਾਰੇ ਹਾਂ ਇੱਕੋ ਜਿਹੇ ਹਾਲਾਤਾਂ ਦੇ ਵਿੱਚ ਟਰੂਡੋ। ਵੈਨਕੂਵਰ ਦਾ ਵੱਡਾ ਸਮਾਗਮ ਇਸ ਸਾਲ ਵੀ ਹੋਇਆ ਰੱਦ, ਨਹੀਂ ਹੋਵੇਗਾ ਲਾਈਟ ਫਾਇਰਵਰਕਸ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।